ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਸਾਖੀ ਭਾਈ ਆਦਮ ਜੀ। ਸੱਚੇ ਮਨ ਵੱਲੋਂ ਕੀਤੀ ਗਈ ਸੇਵਾ ਹਮੇਸ਼ਾ ਫਲੀਭੂਤ ਹੁੰਦੀ ਹੈ ਅਤੇ ਮਨ ਵਾਸ਼ੰਤ ਫਲ ਵੀ ਪ੍ਰਾਪਤ ਹੁੰਦੇ ਹਨ। ਇੱਕ ਕੁਲੀਨ ਸਮਰੱਥ ਜਾਟ ਪਰਿਵਾਰ ਦੇ ਜ਼ਮੀਂਦਾਰ ਦੇ ਇੱਥੇ ਔਲਾਦ ਨਹੀਂ ਸੀ। ਉਸ ਦਾ ਨਾਮ ਊਧਮ ਸਿੰਘ ਸੀ, ਪਰ ਉਸ ਦੀ ਨਿਮਰਤਾ ਦੇ ਕਾਰਨ ਭਾਈ ਆਦਮ ਨਾਮ ਵੱਲੋਂ ਉਹਨੂੰ ਪ੍ਰਸਿੱਧੀ ਪ੍ਰਾਪਤ ਸੀ। ਔਲਾਦ ਦੀ ਇੱਛਾ ਦੇ ਕਾਰਨ ਉਹ ਕਈ ਸੰਤਾਂ ਅਤੇ ਫਕੀਰਾਂ ਦੇ ਚੱਕਰ ਕੱਟਦਾ ਰਿਹਾ, ਪਰ ਉਸ ਦੀ ਇੱਛਾ ਪੂਰਨ ਨਹੀਂ ਹੋਈ। ਹੌਲੀ ਹੌਲੀ ਉਸ ਦੀ ਉਮਰ ਵੀ ਵਧਦੀ ਚਲੀ ਗਈ, ਇਸ ਲਈ ਉਸਨੇ ਆਪਣੀ ਕਿਸਮਤ ਉੱਤੇ ਸੰਤੋਸ਼ ਕਰ ਲਿਆ। ਇੱਕ ਦਿਨ ਉਸ ਦੀ ਭੇਂਟ ਇੱਕ ਸਿੱਖ ਵੱਲੋਂ ਹੋਈ। ਉਸਨੇ ਉਸਨੂੰ ਵਿਸ਼ਵਾਸ ਦਿਲਵਾਇਆ ਕਿ ਤੁਹਾਡੀ ਇੱਛਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਵੱਲੋਂ ਜ਼ਰੂਰ ਪੂਰਨ ਹੋਵੇਗੀ। ਇਨ੍ਹਾਂ ਦਿਨਾਂ ਉਹਨਾਂ ਦੇ ਚੌਥੇ ਵਾਰਿਸ ਸ਼੍ਰੀ ਗੁਰੂ ਰਾਮਦਾਸ ਜੀ ਗੁਰਗੱਦੀ ਉੱਤੇ ਵਿਰਾਜਮਾਨ ਹਨ। ਆਪ ਜੀ ਉਹਨਾਂ ਦੀ ਸ਼ਰਨ ਵਿੱਚ ਗੁਰੂ ਚੱਕ ਚਲੇ ਜਾਓ। ਭਾਈ ਆਦਮ ਜੀ ਹੁਣ ਬੁਢੇਪੇ ਦੇ ਨਜ਼ਦੀਕ ਪੁੱਜਣ ਵਾਲੇ ਸਨ। ਉਹਨਾਂ ਨੇ ਔਲਾਦ ਦੀ ਇੱਛਾ ਤਿਆਗ ਦਿੱਤੀ ਸੀ, ਪਰ ਉਹਨਾਂ ਦੀ ਪਤਨੀ ਦੇ ਦਿਲ ਵਿੱਚ ਇਹ ਉਮੰਗ ਜਾਗਰਤ ਸੀ। ਉਸ ਤੇ ਜ਼ੋਰ ਦੇਣ ਉੱਤੇ ਭਾਈ ਆਦਮ ਜੀ ਕੇਵਲ ਆਤਮਕ ਫਲ ਦੀ ਪ੍ਰਾਪਤੀ ਦੇ ਦ੍ਰਿਸ਼ਟੀਕੋਣ ਗੁਰੂ ਚਰਨਾਂ ਵਿੱਚ ਮੌਜੂਦ ਹੋ ਗਏ ਅਤੇ ਆਮ ਲੋਕਾਂ ਦੀ ਤਰ੍ਹਾਂ ਸੇਵਾ ਵਿੱਚ ਜੁਟ ਗਏ। ਗੁਰੂ ਘਰ ਦਾ ਮਾਹੌਲ ਉਹਨਾਂ ਨੂੰ ਬਹੁਤ ਭਾਇਆ। ਇੱਥੇ ਸਾਰੇ ਲੋਕ ਨਿਸ਼ਕਾਮ ਹੋ ਕੇ ਸੇਵਾ ਕਰਦੇ ਵਿਖਾਈ ਦਿੰਦੇ ਸਨ। ਸਾਰੀ ਸੰਗਤ ਦੇ ਦਿਲ ਵਿੱਚ ਕੇਵਲ ਆਤਮਕ ਉੱਨਤੀ ਦੀ ਮਾਤਰ ਚਾਹ ਹੁੰਦੀ ਸੀ। ਬਸ ਇਹ ਖਿੱਚ ਭਾਈ ਆਦਮ ਜੀ ਨੂੰ ਇੱਥੇ ਨਿਵਾਸ ਕਰਨ ਲਈ ਪ੍ਰੇਰਿਤ ਕਰਨ ਲੱਗੀ। ਉਹਨਾਂ ਨੇ ਗੁਰੂ ਦੇ ਚੱਕ ਵਿੱਚ ਹੀ ਆਪਣਾ ਵੱਖ ਵੱਲੋਂ ਘਰ ਬਣਾ ਲਿਆ ਅਤੇ ਵਕਤਾਵਰ ਸਮਰੱਥ ਹੋਣ ਦਾ ਸਵਾਂਗ ਤਿਆਗ ਕੇ ਇੱਕ ਸ਼੍ਰਮਿਕ ਦੀ ਤਰ੍ਹਾਂ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਉਹ ਦੰਪਤੀ ਪਤੀ ਪਤਨੀ ਪ੍ਰਭਾਤ ਉੱਠ ਕੇ ਜੰਗਲ ਵਿੱਚ ਚਲੇ ਜਾਂਦੇ। ਉੱਥੇ ਵੱਲੋਂ ਬਾਲਣ ਦੀਆਂ ਲੱਕੜੀਆਂ ਦੇ ਪੰਡ ਚੁੱਕ ਕੇ ਪਰਤ ਆਉਂਦੇ, ਪਰ ਭਾਈ ਆਦਮ ਜੀ ਆਪਣੇ ਸਿਰ ਵਾਲਾ ਬੋਝਾ ਬਾਜ਼ਾਰ ਵਿੱਚ ਵਿਕਰੀ ਕਰ ਦਿੰਦੇ ਅਤੇ ਉਹਨਾਂ ਦੀ ਪਤਨੀ ਆਪਣੇ ਵਾਲਾ ਬੋਝਾ ਘਰ ਦੀ ਜ਼ਰੂਰਤ ਲਈ ਇਹਨਾਂ ਲੱਕੜੀਆਂ ਦਾ ਬਾਲਣ ਦੇ ਰੂਪ ਵਿੱਚ ਪ੍ਰਯੋਗ ਕਰਦੀ। ਪਰ ਇਸ ਗੱਠਰ ਵੱਲੋਂ ਕੁਝ ਲੱਕੜੀਆਂ ਬਚੀ ਰਹਿੰਦੀਆਂ ਸਨ, ਜੋ ਕਿ ਹੌਲੀ ਹੌਲੀ ਇੱਕ ਵੱਡੇ ਭੰਡਾਰ ਦੇ ਰੂਪ ਵਿੱਚ ਇਕੱਠੀ ਹੁੰਦੀ ਗਈ। ਸ਼ੀਤ ਰੂਤ ਸੀ। ਇੱਕ ਦਿਨ ਗੁਰਦੇਵ ਦੇ ਦਰਸ਼ਨਾਂ ਨੂੰ ਦੂਰ ਦੂਰ ਪ੍ਰਦੇਸ਼ਾਂ ਵੱਲੋਂ ਸੰਗਤਾਂ ਆਈਆਂ ਹੋਈਆਂ ਸੀ ਕਿ ਅਕਸਮਾਤ ਵਰਖਾ ਹੋਣ ਲੱਗੀ, ਜਿਸ ਕਾਰਨ ਸਰਦੀ ਵੱਧਦੀ ਚਲੀ ਗਈ। ਵਰਖਾ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸੀ। 2-3 ਦਿਨ ਵਰਖਾ ਮੀਂਹ ਇਸ ਪ੍ਰਕਾਰ ਬਣੀ ਰਹੀ। ਇਸ ਵਿੱਚ ਲੰਗਰ ਵਿੱਚ ਬਾਲਣ ਖਤਮ ਹੋ ਗਿਆ। ਭੋਜਨ ਤਿਆਰ ਕਰਨ ਵਿੱਚ ਅੜਚਨ ਪੈਦਾ ਹੋ ਗਈ। ਜਿਵੇਂ ਹੀ ਇਸ ਗੱਲ ਦਾ ਭਾਈ ਆਦਮ ਜੀ ਨੂੰ ਪਤਾ ਹੋਇਆ, ਉਹ ਆਪਣੇ ਘਰ ਵੱਲੋਂ ਇਕੱਠੇ ਕੀਤਾ ਹੋਇਆ ਬਾਲਣ ਚੁੱਕ ਕੇ ਲੰਗਰ ਲਈ ਲਿਆਉਣ ਲੱਗੇ। ਉਹਨਾਂ ਦੀ ਪਤਨੀ ਨੇ ਜਦੋਂ ਸੰਗਤ ਨੂੰ ਠਿਠੁਰਦੇ ਹੋਏ ਵੇਖਿਆ ਤਾਂ ਉਸਨੇ ਵੀ ਘਰ ਵਿੱਚ ਇਕੱਠੇ ਕੀਤੇ ਹੋਏ ਲੱਕੜੀ ਦੇ ਕੋਇਲੇ ਅੰਗੀਠੀਆਂ ਵਿੱਚ ਜਲਾ ਕੇ ਸੰਗਤ ਦੇ ਸਾਹਮਣੇ ਅੱਗ ਸੇਕਣ ਲਈ ਧਰ ਦਿੱਤੀ। ਸੰਗਤ ਨੇ ਰਾਹਤ ਦੀ ਸਾਂਸ ਲਈ। ਜਦੋਂ ਆਰਾਮ ਘਰ ਵਿੱਚ ਗੁਰਦੇਵ ਸੰਗਤ ਦੀ ਸੂਧ ਲੈਣ ਪੁੱਜੇ ਤਾਂ ਉਹਨਾਂ ਨੇ ਪਾਇਆ ਕਿ ਸੰਗਤ ਬਹੁਤ ਖੁਸ਼ ਹੈ। ਉਹਨਾਂ ਨੇ ਪੁੱਛਿਆ ਕਿ ਇਹਨਾਂ ਅੰਗੀਠੀਆਂ ਨੂੰ ਜਲਾ ਕੇ ਸਾਰੇ ਡੇਰਿਆਂ ਵਿੱਚ ਪਹੁੰਚਾਉਣ ਅਤੇ ਲੰਗਰ ਲਈ ਸੁੱਕੀ ਲੱਕੜੀਆਂ ਲਿਆਉਣ ਦੀ ਸੇਵਾ ਕਿਸਨੇ ਕੀਤੀ ਹੈ, ਤਾਂ ਪਤਾ ਹੋਇਆ ਭਾਈ ਆਦਮ ਅਤੇ ਉਹਨਾਂ ਦੀ ਪਤਨੀ ਨੇ ਇਹ ਸੇਵਾ ਕੀਤੀ ਹੈ। ਇਹ ਜਾਣ ਕੇ ਗੁਰਦੇਵ ਅਤੇ ਖੁਸ਼ ਹੋਏ। ਉਹਨਾਂ ਨੇ ਭਾਈ ਆਦਮ ਜੀ ਨੂੰ ਆਪਣੇ ਦਰਬਾਰ ਵਿੱਚ ਸੱਦ ਕੇ ਕਿਹਾ, ਅਸੀਂ ਤੁਹਾਡੀ ਸੇਵਾ ਵੱਲੋਂ ਬਹੁਤ ਖੁਸ਼ ਹੋਏ। ਤੁਸੀਂ ਮੰਗੋ, ਕੀ ਮੰਗਦੇ ਹੋ? ਭਾਈ ਆਦਮ ਜੀ ਹੁਣ ਦਿਲੋਂ ਨਿਸ਼ਕਾਮ ਹੋ ਚੁੱਕੇ ਸਨ। ਉਹਨਾਂ ਨੇ ਸਿਰ ਨੀਵਾਂ ਕਰ ਲਿਆ ਅਤੇ ਕਿਹਾ, ਮੈਨੂੰ ਤੁਹਾਡੀ ਕਿਰਪਾ ਨਜ਼ਰ ਚਾਹੀਦੀ ਹੈ। ਤੁਸੀਂ ਮੈਨੂੰ ਕੇਵਲ ਪ੍ਰਭੂ ਨਾਮ ਦਾ ਧਨ ਦਿਓ। ਜਵਾਬ ਵਿੱਚ ਗੁਰਦੇਵ ਨੇ ਕਿਹਾ, ਇਹ ਧਨ ਤਾਂ ਤੁਹਾਨੂੰ ਪਹਿਲਾਂ ਵੱਲੋਂ ਹੀ ਮਿਲਿਆ ਹੋਇਆ ਹੈ, ਪਰ ਅਸੀਂ ਤੁਹਾਡੀ ਮੂਲ ਇੱਛਾ ਪੂਰਨ ਕਰਨਾ ਚਾਹੁੰਦੇ ਹਾਂ। ਇਸ ਉੱਤੇ ਵੀ ਭਾਈ ਆਦਮ ਜੀ ਕੁਝ ਮੰਗ ਨਹੀਂ ਪਾਏ, ਕਿਉਂਕਿ ਉਹਨਾਂ ਨੇ ਬੁਢੇਪੇ ਵਿੱਚ ਔਲਾਦ ਸੁੱਖ ਮੰਗਦੇ ਹੋਏ ਸ਼ਰਮ ਦਾ ਅਨੁਭਵ ਹੋ ਰਿਹਾ ਸੀ। ਫਿਰ ਗੁਰਦੇਵ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਕੱਲ੍ਹ ਦਰਬਾਰ ਵਿੱਚ ਆਪਣੀ ਪਤਨੀ ਨੂੰ ਵੀ ਨਾਲ ਲੈ ਕੇ ਆਓ। ਅਗਲੇ ਦਿਨ ਭਾਈ ਆਦਮ ਜੀ ਆਪਣੀ ਪਤਨੀ ਸਮੇਤ ਦਰਬਾਰ ਵਿੱਚ ਹਾਜ਼ਰ ਹੋਏ। ਗੁਰਦੇਵ ਨੇ ਉਸ ਦੀ ਪਤਨੀ ਵੱਲੋਂ ਪੁੱਛਿਆ, ਤੁਹਾਡੇ ਦਿਲ ਵਿੱਚ ਕੋਈ ਕਾਮਨਾ ਹੋਵੇ ਤਾਂ ਦੱਸੋ। ਉਹ ਕਹਿਣ ਲੱਗੀ, ਘਰ ਵੱਲੋਂ ਚੱਲਦੇ ਸਮੇਂ ਪੁੱਤ ਦੀ ਕਾਮਨਾ ਸੀ, ਜਿਸ ਨੂੰ ਆਧਾਰ ਬਣਾ ਕੇ ਤੁਹਾਡੇ ਦਰਬਾਰ ਵਿੱਚ ਪੁੱਜੇ ਹਾਂ, ਪਰ ਹੁਣ ਕੋਈ ਉਚਿਤ ਨਹੀਂ ਰਿਹਾ,
ਕਿਉਂਕਿ ਹੁਣ ਅਸੀਂ ਵੱਡੀ ਉਮਰ ਦੇ ਹੋ ਗਏ ਹਾਂ। ਗੁਰਦੇਵ ਨੇ ਕਿਹਾ, ਗੁਰੂ ਘਰ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਹੈ। ਜੇਕਰ ਕੋਈ ਨਿਸ਼ਕਾਮ ਹੋ ਕੇ ਸੇਵਾ ਕਰਦਾ ਹੈ ਤਾਂ ਉਸ ਦੀ ਆਂਤਰਿਕ ਮਨ ਦੀ ਕਾਮਨਾ ਜ਼ਰੂਰ ਫਲੀਭੂਤ ਹੁੰਦੀ ਹੈ। ਤੁਸੀਂ ਚਿੰਤਾ ਨਾ ਕਰੋ, ਜਲਦੀ ਹੀ ਤੁਸੀਂ ਇੱਕ ਸੁੰਦਰ ਪੁੱਤ ਦੀ ਮਾਤਾ ਬਣੋਗੀ। ਉਸ ਦਾ ਨਾਮ ਭਗਤੂ ਰੱਖਣਾ, ਉਸ ਦਾ ਪਾਲਣ ਪੋਸ਼ਣ ਗੁਰਮਰਿਆਦਾ ਅਨੁਸਾਰ ਕਰਨਾ, ਜਿਸ ਦੇ ਨਾਲ ਉਹ ਤੁਹਾਡੇ ਕੁਲ ਦਾ ਨਾਮ ਰੋਸ਼ਨ ਕਰੇਗਾ। ਇਸ ਪ੍ਰਕਾਰ ਆਸ਼ੀਰਵਾਦ ਦੇ ਕੇ ਗੁਰਦੇਵ ਨੇ ਇਸ ਦੰਪਤੀ ਨੂੰ ਉਹਨਾਂ ਦੇ ਪਿੰਡ ਵਾਪਸ ਭੇਜ ਦਿੱਤਾ। ਕਾਲਾਂਤਰ ਵਿੱਚ ਗੁਰੂ ਇੱਛਾ ਵੱਲੋਂ ਅਜਿਹਾ ਹੀ ਹੋਇਆ। ਭਾਈ ਭਗਤੂ ਜੀ ਨੇ ਗੁਰੂ ਘਰ ਦੀ ਬਹੁਤ ਸੇਵਾ ਕੀਤੀ ਅਤੇ ਅੱਗੇ ਜਾ ਕੇ ਉਹਨਾਂ ਦੀ ਔਲਾਦ ਨੇ ਗੁਰਦਰਬਾਰ ਵਿੱਚ ਬਹੁਤ ਨਾਮ ਕਮਾਇਆ। ਸੱਚੇ ਮਨ ਵੱਲੋਂ ਕੀਤੀ ਗਈ ਸੇਵਾ ਜਾਂ ਜਪਿਆ ਗਿਆ ਨਾਮ ਕਦੇ ਵੀ ਵਿਅਰਥ ਨਹੀਂ ਜਾਂਦਾ। ਸਾਨੂੰ ਉਸ ਅਕਾਲ ਪੁਰਖ ਜੀ ਤੇ ਵਾਹਿਗੁਰੂ ਜੀ ਤੇ ਹਮੇਸ਼ਾ ਭਰੋਸਾ ਰੱਖਣਾ ਚਾਹੀਦਾ ਹੈ। ਵਾਹਿਗੁਰੂ ਜੀ ਜ਼ਰੂਰ ਮਿਹਰ ਕਰਦੇ ਹਨ। ਵਾਹਿਗੁਰੂ ਜੀ, ਆਪ ਜੀ ਦਾ ਨਾਮ, ਆਪ ਜੀ ਦੀ ਬਾਣੀ ਪੜ੍ਹਦਿਆਂ ਹੋਇਆਂ ਇੱਕ ਨਹੀਂ ਅਨੇਕਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਈਆਂ ਹੋਣਗੀਆਂ। ਆਪ ਜੀ ਜਾਣਨਹਾਰ ਹੋ, ਬਖਸ਼ਣਹਾਰ ਹੋ। ਅਣਜਾਣ ਮਾਣੇ ਬੱਚੇ ਸਮਝ ਕੇ ਬਖਸ਼ ਦੇਣਾ। ਅੱਗੋਂ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।